सब तो अहम खबर किसानी संघर्ष ਨਾਲ जुड़ी हुई केंद्र सरकार ਦੇ ਵੱਲੋਂ ਕਿਸਾਨਾਂ ਦੇ ਕੱਲ ਦੇ ਪੱਤਰ ਦਾ ਜਵਾਬ ਭੇਜਿਆ ਗਿਆ ਹੈ। ਤੁਹਾਨੂੰ ਦੱਸ ਦੇ ਕਿ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਦੇ ਵੱਲੋਂ ਲਿਖੇ ਪੱਤਰ ਦੇ ਵਿੱਚ ਕਿਸਾਨਾਂ ਤੋਂ ਮੰਗਿਆ ਹੈ ਗੱਲਬਾਤ ਦੇ ਲਈ ਸਮਾਂ ਅਤੇ ਤਰੀਕ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਮੰਤਰੀ ਪੱਧਰ ਦੀ ਬੈਠਕ ਦੀ ਸਰਕਾਰ ਨੇ ਪੇਸ਼ਕਾਰੀ ਕੀਤੀ ਹੈ। ਸਾਰੇ ਮਸਲਿਆਂ ਦਾ ਤਰਕਪੂਰਨ ਹੱਲ ਕੱਢਣ ਲਈ ਸਰਕਾਰ ਤਤਪਰ ਹੈ। ਪੱਤਰ ਦੇ ਵਿੱਚ ਲਿਖਿਆ ਕਿਸਾਨਾਂ ਦੇ ਨਾਲ ਗੱਲਬਾਤ ਦਾ ਰਸਤਾ ਖੁੱਲਾ ਆਖਣਾ ਚਾਹੁੰਦੀ ਹੈ ਸਰਕਾਰ। ਸਾਰੇ ਕਿਸਾਨ ਸੰਗਠਨਾਂ ਦੀ ਗੱਲ ਸੁਣਨਾ ਕੇਂਦਰ ਸਰਕਾਰ ਦਾ ਫਰਜ਼ ਹੈ। ਪੱਤਰ ਦੇ ਵਿੱਚ ਦੁਹਰਾਈ ਗਈ ਨਵੇਂ ਕਾਨੂੰਨਾਂ ਦਾ ਐਮਐਸਪੀ ਨਾਲ ਕੋਈ ਸੰਬੰਧ ਨਾ ਹੋਣ ਦੀ ਵੀ ਗੱਲ ਹੋਈ ਹੈ। ਐਮਐਸਪੀ ਉਤੇ ਕੋਈ ਨਵੀਂ ਮੰਗ ਰੱਖਣਾ ਤਰਕ ਸੰਗਤ नहीं पर सरकार चर्चा के लिए तैयार है। ये बयान सामने आ रहे हैं। सो किसानी संघर्ष ਨਾਲ जुड़ी ਵੱਡੀ ਤੇ ਅਹਿਮ ਖਬਰ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕੱਲ ਦੇ ਪੱਤਰ ਦਾ ਜਵਾਬ ਭੇਜਿਆ ਗਿਆ ਹੈ। ਖੇਤੀਬਾੜੀ ਮੰਤਰਾਲੇ ਦੇ ਸਕੱਤਰ ਦੇ ਵੱਲੋਂ ਲਿਖੇ ਪੱਤਰ ਦੇ ਵਿੱਚ ਕਿਸਾਨਾਂ ਤੋਂ ਗੱਲਬਾਤ ਦਾ ਸਮਾਂ ਤੇ ਤਰੀਕ ਮੰਗੀ ਗਈ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਮੰਤਰੀ ਪੱਧਰ ਦੀ ਬੈਠਕ ਦੀ ਸਰਕਾਰ ਨੇ ਪੇਸ਼ਕਾਰੀ ਕੀਤੀ ਹੈ। ਸਾਰੇ ਮਸਲਿਆਂ ਦਾ ਤਰਕਪੂਰਨ ਹੱਲ ਕੱਢਣ ਲਈ ਸਰਕਾਰ ਤਤਪਰ ਹੈ। ਪੱਤਰ ਦੇ ਵਿੱਚ ਲਿਖਿਆ ਕਿਸਾਨਾਂ ਦੇ ਨਾਲ ਗੱਲਬਾਤ ਦਾ ਰਸਤਾ ਖੁੱਲਾ ਰੱਖਣਾ ਚਾਹੁੰਦੀ ਹੈ ਸਰਕਾਰ। ਸਾਰੇ ਕਿਸਾਨ ਸੰਗਠਨਾਂ ਦੀ ਗੱਲ ਸੁਣਨਾ ਕੇਂਦਰ ਸਰਕਾਰ ਦਾ ਫਰਜ਼ ਹੈ, ਇਹ ਕਹਿਣਾ ਹੈ। ਪੱਤਰ ਦੇ ਵਿੱਚ ਦੁਹਰਾਈ ਗਈ ਨਵੇਂ ਕਾਨੂੰਨਾਂ ਦਾ ਐਮਐਸਪੀ ਨਾਲ ਕੋਈ ਸੰਬੰਧ ਨਾ ਹੋਣ ਦੀ ਵੀ ਗੱਲ ਲਿਖੀ ਗਈ ਹੈ। ਐਮਐਸਪੀ ਉਤੇ ਕੋਈ ਨਵੀਂ ਮੰਗ ਰੱਖਣਾ ਤਰਕ ਸੰਗਤ ਨਹੀਂ ਹੈ, ਪਰ ਸਰਕਾਰ ਚਰਚਾ ਦੇ ਲਈ ਤਿਆਰ। ऐसे खबर ते साडे सहयोगी ਸਿੰਘੂ ਬਾਰਡਰ ਤੋਂ ਰਮਨਦੀਪ ਸ਼ਰਮਾ ਬਣ ਚੁੱਕੇ ਨੇ, ਉਹਨਾਂ ਦਾ ਰੁਖ ਕਰ ਲੈਣੇ ਆ। ਰਮਨ, ਤਰੀਕਾ ਦਾ ਦੌਰ ਜਾਰੀ ਹੈ ਪਰ ਕੋਈ ਵੀ ਇੱਕ ਪੱਕੀ ਤਰੀਕ ਨਹੀਂ ਦੇਣਾ ਚਾਹੁੰਦਾ। ਮਸਲੇ ਦਾ ਹੱਲ ਕਦੋਂ ਨਿਕਲੇਗਾ? ਚਿੱਠੀ ਦਾ ਜਵਾਬ ਚਿੱਠੀ ਦਾ ਤਾਂ ਚੱਲ ਰਿਹਾ ਹੈ, ਪਰ ਹੱਲ ਕਦੋਂ ਨਿਕਲੇਗਾ? जी कमल जी हैगी कल जी किसानों वालों चिट्ठी लिखी गई थी ਤੇ ਅੱਜ ਜਿਹੜੀ ਹੈ ਕੇਂਦਰ ਸਰਕਾਰ ਨੇ ਉਸਦਾ ਰਿਪਲਾਈ ਕਰ ਦਿੱਤਾ ਹੈ। ਹਾਲਾਂਕਿ ਜਿਹੜੀ ਪਹਿਲਾਂ ਚਿੱਠੀ ਲਿਖੀ ਸੀ ਕਿਸਾਨਾਂ ਦੇ ਵੱਲੋਂ ਉਹ ਜਿਹੜੀ ਹੈਗੀ ਆ ਰੱਦ ਕਰ ਦਿੱਤੀ ਸੀ। ਉਹਨਾਂ ਦੀ ਚਿੱਠੀ ਜਿਹੜੀ ਹੈਗੀ ਆ ਕੇਂਦਰ ਸਰਕਾਰ ਨੇ ਰੱਦ ਕਰ ਦਿੱਤੀ। ਸਾਨੂੰ ਇਹ ਦੱਸਿਆ ਜਾਵੇ ਕਿ ਤਮਾਮ ਜਥੇਬੰਦੀਆਂ ਦਾ ਫੈਸਲਾ ਜਾਂ ਫਿਰ ਸਿਰਫ ਹੈਗਾ ਡਾਕਟਰ ਦਰਸ਼ਨਪਾਲ ਦਾ ਫੈਸਲਾ, ਤਾਂ ਉਹ ਚਿੱਠੀ ਨੂੰ ਦੁਬਾਰਾ ਲਿਖਿਆ ਗਿਆ। ਉਹ ਚਿੱਠੀ ਤੇ ਦੁਬਾਰਾ ਜਿਹੜੀ ਲਿਖੀ ਗਈ ਤਾਂ ਉਹਦਾ ਵਿੱਚ ਜੋ ਰਿਵਰਟ ਕੀਤਾ ਗਿਆ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ। ਜੋ ਪਹਿਲੇ ਵੇਰਵੇ ਦੱਸੇ ਗਏ ਤੇ ਉਸੇ ਤਰ੍ਹਾਂ ਹੁਣ ਦੁਬਾਰਾ ਫਿਰ ਵੇਰਵੇ ਦੱਸੇ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਹੁਣ ਗੱਲਬਾਤ ਇੱਕ ਵਾਰ ਫਿਰ ਕਿਸਾਨਾਂ ਤੇ ਪਾ ਦਿੱਤੀ ਕਿ ਕਿਸਾਨ ਸਾਡੇ ਸਾਹਮਣੇ ਜਿਹੜੀ ਹੈਗੀ ਸਮਾਂ ਤਰੀਕ ਔਰ ਸਥਾਨ ਤੈਅ ਕਰਨ ਤੇ ਸਰਕਾਰ ਜਿਹੜੀ ਹੈਗੀ ਕੇਂਦਰ ਸਰਕਾਰ ਹੈਗੀ ਆ ਉਹ ਗੱਲਬਾਤ ਕਰਨ ਦੇ ਲਈ ਹੈਗੀ ਆ ਉਹ ਤਿਆਰ ਹੈਗੀ ਆ। ਤਮਾਮ ਜਿਹੜੀਆਂ ਗੱਲਾਂ ਹੈਗੀਆਂ ਚਿੱਠੀ ਦੇ ਰੂਪ ਵਿੱਚ ਚਿੱਠੀ ਜਵਾਬ ਦੇ ਰਹੀ ਹੈ। ਇੱਕ ਪਹਿਲਾਂ ਕੇਂਦਰ ਸਰਕਾਰ ਚਿੱਠੀ ਲੈ ਕੇ ਕਿਸਾਨ ਜਵਾਬ ਦਿੰਦੇ ਨੇ, ਹੁਣ ਫਿਰ ਇੱਕ ਵਾਰੀ ਕੇਂਦਰ ਸਰਕਾਰ ਵੱਲੋਂ ਲਿਖੀ ਹੈ। ਜਿਹੜੀ ਕਿ ਚਿੱਠੀ ਦੀ ਸਿਆਸਤ ਹੈ, ਜਿਹੜੀ ਚਿੱਠੀ ਦੀ ਰਣਨੀਤੀ ਆ ਉਹ ਆ ਜਿਹੜੀ ਹਾਵੀ ਹੁੰਦੀ ਦੋਵੇਂ ਪਹਿਲੂਆਂ ਤੋਂ ਨਜ਼ਰ ਆ ਰਹੀ ਆ। ਇੱਕ ਵਾਰ ਫਿਰ ਜਿਹੜਾ ਹੈਗਾ ਕਿਸਾਨ ਆਗੂ ਕੱਲ ਮੰਥਨ ਕਰਨਗੇ, ਕੱਲ ਫਿਰ ਚਿੱਠੀ ਦੇ ਰਾਹੀਂ ਜਵਾਬ ਦਿੱਤਾ ਜਾਏਗਾ। ਫਿਲਹਾਲ ਜਿਹੜੀ ਹੈਗੀ ਡਿਪਲੋਮੈਸੀ ਹੈਗੀ ਉਹ ਚਿੱਠੀਆਂ ਦੇ ਵਿੱਚ ਲੁਕ ਕੇ ਰਹਿ ਗਈ ਆ। ਤਮਾਮ ਜਿਹੜੇ ਲੋਕਾਂ ਦੀ ਨਜ਼ਰ ਜਿਹੜੀ ਕਿਸਾਨ ਸਾਰੇ ਨਜ਼ਰ ਜਿਹੜੀ ਆ ਉਹ ਚਿੱਠੀਆਂ ਤੇ ਲੱਗੀ ਹੋਈ ਹੈ। ਰਮਨਦੀਪ, ਉਹੀ ਗੱਲ ਹੈ, ਬਾਰ-ਬਾਰ ਇਹ ਗੱਲ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਅਸੀਂ ਡਾਇਲੌਗ ਤੋਂ ਭੱਜਦੇ ਨਹੀਂ, ਕਿਸਾਨ ਜਥੇਬੰਦੀਆਂ ਕਹਿ ਰਹੀਆਂ ਵੀ ਅਸੀਂ ਵੀ ਟੇਬਲ ਟਾਕ ਤੋਂ ਭੱਜਦੇ ਨਹੀਂ, ਪਰ ਇਹੀ ਮਸਲਾ ਚੱਲ ਰਿਹਾ। ਚਿੱਠੀ ਦਾ ਜਵਾਬ ਚਿੱਠੀ ਦੇ ਨਾਲ ਪਹਿਲਾਂ ਵੀ 5 ਗੇਟ ਦੀ ਮੀਟਿੰਗ ਹੋ ਚੁੱਕੀ ਹੈ, ਕੋਈ ਇਸ ਦਾ ਨਤੀਜਾ ਨਹੀਂ ਨਿਕਲ ਰਿਹਾ, ਬੇਸਿੱਟਾ ਨਿਕਲ ਰਹੀਆਂ ਨੇ ਮੀਟਿੰਗਾਂ ਵੀ। ਹੁਣ ਚਿੱਠੀ ਦਾ ਜਵਾਬ ਚਿੱਠੀ ਰਾਹੀਂ ਚੱਲ ਰਿਹਾ ਹੈ। ਹੁਣ ਕੀ ਕੁਝ ਅਸੀਂ ਅੱਗੇ ਵੇਖ ਸਕਦੇ ਹਾਂ, ਕਿਉਂਕਿ ਕਿਸਾਨ ਜਿਹੜੇ 29 ਦਿਨਾਂ ਤੋਂ ਸੰਘਰਸ਼ ਤੇ ਡਟੇ ਹੋਏ ਨੇ ਉਹ ਜਲਦੀ ਮਸਲੇ ਦਾ ਮੰਗ ਰਹੇ ਨੇ। ਕੱਲ ਲੱਗ ਰਿਹਾ ਸੀ ਕਿ ਜਦੋਂ ਕਿਸਾਨਾਂ ਵੱਲੋਂ ਚਿੱਠੀ ਲਿਖੀ ਗਈ ਸੀ ਸਾਰੇ ਪੱਖ ਸਾਰੇ ਪਹਿਲੂ ਦੱਸ ਦਿੱਤੇ ਗਏ ਸਨ, ਤਾਂ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਜਦੋਂ ਕੇਂਦਰ ਸਰਕਾਰ ਦਾ ਜਵਾਬ ਆਵੇਗਾ ਤਾਂ ਸ਼ਾਇਦ ਜਿਹੜੇ ਹੈਗੇ ਆ ਕੋਈ ਦਿਨ ਵਾਰ ਤੈਅ ਕਰ ਲਿਆ ਜਾਵੇਗਾ ਕਿ ਦਿਨ ਸਰਕਾਰ ਜਿਹੜੀ ਹੈ ਬੈਠਕ ਕਰਨ ਦੇ ਲਈ ਤਿਆਰ ਹੈ। ਪਰ ਫਿਰ ਜਿਹੜਾ ਜਵਾਬ ਆਇਆ ਉਹਦੇ ਬਾਅਦ ਲਾਸਟ ਜੋ ਗੱਲਾਂ ਲਿਖੀਆਂ ਉਹੀ ਲਿਖੀਆਂ ਗਈਆਂ ਕਿ ਕੇਂਦਰ ਸਰਕਾਰ ਕਦੇ ਵੀ ਗੱਲਬਾਤ ਤੋਂ ਨਹੀਂ ਭੱਜ ਰਹੀ। ਤੁਸੀਂ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਮਾਂ ਸਥਾਨ ਤੈਅ ਕਰੋ ਔਰ ਕਿਸਾਨ ਇੱਕ ਵਾਰ ਫਿਰ ਜਿਹੜੀ ਹੈਗੀ ਚਿੱਠੀ ਲਿਖਣਗੇ। ਮਤਲਬ ਸਾਫ਼ ਹੈ ਕਿ ਕੋਈ ਵੀ ਜਿਹੜਾ ਪਹਿਲ ਹੈਗੀ ਆ ਸਮਾਂ ਸਥਾਨ ਦੇ ਲਈ ਕੋਈ ਕਰਨ ਨੂੰ ਤਿਆਰ ਨਹੀਂ। ਕਿ ਸਰਕਾਰ ਜਿਹੜੇ ਕਿਸਾਨ ਆ ਉਹ ਕੇਂਦਰ ਵੱਲ ਵੇਖ ਰਹੇ ਨੇ, ਕਿਉਂਕਿ ਜਿਹੜਾ ਪੈਰੋਕੇਟ ਹੈਗਾ ਉਹ ਸਰਕਾਰ ਦਾ ਹੈਗਾ। ਸਰਕਾਰ ਨੇ ਸਮਾਂ ਤੈਅ ਕਰਨਾ, ਕਿਉਂਕਿ ਇਹ ਲੋਕ ਤਾਂ ਲਗਾਤਾਰ ਪਿਛਲੇ 1.5-2 ਮਹੀਨਿਆਂ ਤੋਂ ਲਗਾਤਾਰ ਜਿਹੜਾ ਹੈਗਾ ਮੰਗ ਰਹੇ ਨੇ ਕਿ ਸਾਨੂੰ ਸਮਾਂ ਸਥਾਨ ਦੱਸਿਆ ਜਾਵੇ, ਅਸੀਂ ਮੀਟਿੰਗ ਕਰਨ ਲਈ ਤਿਆਰ ਆ। ਜਿਹੜਾ ਡੈਡਲੌਕ ਤੋਂ ਡਾਇਲੌਗ ਵੱਲ ਵਧਣ ਲਈ ਤਿਆਰ ਆ। ਪਰ ਇੱਕ ਵਾਰ ਹੁਣ ਫਿਰ ਜਿਹੜੀ ਗੱਲ ਆ ਕੇ ਉੱਥੇ ਰੁਕੀ ਹੈ ਕਿ ਹੁਣ ਇੱਕ ਵਾਰ ਫਿਰ ਕਿਸਾਨ ਜਿਹੜੇ ਹੈਗੇ ਨੇ ਉਹ ਚਿੱਠੀ ਲਿਖਣਗੇ। ਚਿੱਠੀ ਲਿਖਣ ਤੋਂ ਬਾਅਦ ਜਿਹੜੀ ਹੈਗੀ ਅੱਗੇ ਗੱਲ ਵਧੇਗੀ ਤੇ ਫਿਰ ਜਿਹੜੀ ਹੈਗੀ ਅੱਗੇ ਡੈਡਲੌਕ ਤੋਂ ਜਿਹੜੀ ਡਾਇਲੌਗ ਵੱਲ ਵੱਧਦੀ ਗੱਲ ਨਜ਼ਰ ਆਵੇਗੀ। ਜੀ ਰਮਨ, ਇੱਕ ਹੋਰ ਸਵਾਲ ਹੈ, ਅਹਿਮ ਹੈ, ਜਿਵੇਂ ਇਹ ਮਸਲਾ ਪੂਰਾ
ਅੰਤਰਰਾਸ਼ਟਰੀ ਤੌਰ ਤੇ ਭਖਦਾ ਜਾ ਰਿਹਾ ਹੈ। ਜ਼ਰੂਰੀ ਹੈ ਕਿ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਿੱਚ ਖੁਦ ਵੀ ਇਸ ਮਸਲੇ ਦਾ ਹੱਲ ਕਰਨ ਲਈ ਪਹਿਲਾਂ ਕੋਈ ਸਟੈਪ ਲੈਣ। ਦੇਖ ਪਾ ਰਹੇ ਹਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਦਿਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦੇ ਵੱਲੋਂ ਕਿਹਾ ਦਿੱਤਾ ਜਾ ਰਿਹਾ ਹੈ। ਪਰ ਹੁਣ ਕੀ ਲੱਗਦਾ ਹੈ ਕਿ ਹੁਣ ਕੀ ਪ੍ਰਧਾਨ ਮੰਤਰੀ ਕੁਝ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਨਗੇ ਜਾਂ ਨਹੀਂ? ਜੀ ਕਾਫੀ ਹੁਣ ਜਿਹੜੀ ਗੱਲ ਹੈਗੀ ਆ, ਹੁਣ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਜਿਹੜੇ ਕੇਂਦਰੀ ਕੈਬਨਿਟ ਦਾ ਗੱਲ ਲਗਾਤਾਰ ਗੱਲ ਕਰੇ, ਜਿਹਦੇ ਵਿੱਚ ਨਰਿੰਦਰ ਤੋਮਰ ਸ਼ਾਮਲ ਸਨ, ਜਿਹਦੇ ਵਿੱਚ ਰੇਲ ਮੰਤਰੀ ਪਿਊਸ਼ ਗੋਇਲ ਸ਼ਾਮਲ ਸਨ, ਇਸ ਦੇ ਨਾਲ ਹੀ ਪੰਜਾਬ ਤੋਂ ਜਿਹੜੇ ਸੋਮ ਪ੍ਰਕਾਸ਼ ਸ਼ਾਮਲ ਸਨ, ਉਹਨਾਂ ਦੇ ਵਾਸਤੇ ਦੀ ਗੱਲ ਨਹੀਂ ਰਹੀ। ਹੁਣ ਅੰਤਿਮ ਫੈਸਲਾ ਜਿਹੜੀ ਹੈਗੀ ਆ ਹਾਈ ਅਥਾਰਟੀ ਲਏਗੀ ਸਰਕਾਰ ਦੇ ਵਿੱਚ ਦੋ ਵੱਡੇ ਚਿਹਰੇ, ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਨੇ, ਉਹ ਫੈਸਲਾ ਲੈਣਗੇ। ਹੁਣ ਜਿਹੜੀ ਕਿ ਛੋਟੇ ਪੱਧਰ ਤੇ ਗੱਲ ਨਹੀਂ ਹੋਵੇਗੀ, ਜੇ ਗੱਲ ਨਿਬੇੜਾ ਹੋਵੇਗਾ ਤਾਂ ਇਹ ਦੋ ਤਮਾਮ ਵੱਡੇ ਆਗੂ ਜਿਹੜੇ ਫੈਸਲਾ ਕਰਨਗੇ, ਕਿਉਂਕਿ ਲਗਾਤਾਰ ਪ੍ਰਧਾਨ ਮੰਤਰੀ ਵੀ ਜਿਹੜੇ ਹੈਗੇ ਲਗਾਤਾਰ ਕਿਸਾਨਾਂ ਨਾਲ ਸੰਵਾਦ ਕਰ ਰਹੇ ਨੇ, ਕਿਸਾਨਾਂ ਨੂੰ ਇਹ ਖੇਤੀ ਕਾਨੂੰਨਾਂ ਬਾਰੇ ਦੱਸ ਰਹੇ ਨੇ, ਉਹਨਾਂ ਦੇ ਫਾਇਦੇ ਗਿਣਾ ਰਹੇ ਨੇ। ਮਤਲਬ ਸਾਫ਼ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਮਿੱਠੇ ਦਿਲ ਚ ਗੱਲ ਤੇ ਹੈ ਕਿ ਅਸੀਂ ਜਿਹੜੀ ਤਰਮੀਮ ਕਰਨ ਦੇ ਲਈ ਤਿਆਰ ਹਾਂ, ਪਰ ਜਿਹੜੀ ਰਾਤ ਦਾ ਰੀਪੀਲ ਕਰਨ ਦੀ ਕਿਸਾਨ ਮੰਗ ਕਰ ਰਹੇ ਨੇ ਉਸ ਤੇ ਨਹੀਂ ਵਿਚਾਰ ਕਰਾਂਗੇ। ਹੁਣ ਗੱਲਬਾਤ ਜਿਹੜੀ ਹੈ ਕਿ ਇੱਕ ਵਾਰ ਫਿਰ ਉੱਥੇ ਆ ਕੇ ਰੁਕ ਜਾਵੇਗੀ ਕਿ ਇੱਕ ਪਾਸੇ ਰੱਦ ਦੀ ਗੱਲ ਚੱਲ ਗਈ, ਇੱਕ ਪਾਸੇ ਸੋਧਾਂ ਦੀ ਗੱਲ ਚੱਲ ਗਈ। ਯੈਸ ਔਰ ਨੋ ਦੀ ਸਥਿਤੀ ਵਿੱਚੋਂ ਹਜੇ ਵੀ ਜਿਹੜੀ ਆ ਨਿਕਲਦੇ ਹੋਏ ਦੋਵੇਂ ਧਿਰ ਨਜ਼ਰ ਨਹੀਂ ਆ ਰਹੇ। ਜੀ ਰਮਨਦੀਪ, ਤੁਸੀਂ ਸਾਡੇ ਨਾਲ ਬਣੇ ਰਹੋ। ਇੱਕ ਵਾਰ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਇਸ ਖਬਰ ਦੇ ਨਾਲ ਰੂਬਰੂ ਕਰਵਾ ਲੈਂਦੇ ਆ। ਚਿੱਠੀ ਦਾ ਜਵਾਬ ਚਿੱਠੀ ਚੱਲ ਰਿਹਾ ਹੈ, ਉੱਥੇ ਜੋ ਅਹਿਮ ਖਬਰ ਆ ਰਹੀ ਹੈ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ, ਕੇਂਦਰ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਕੱਲ੍ਹ ਦੇ ਪੱਤਰ ਦਾ ਜਵਾਬ ਭੇਜਿਆ ਗਿਆ ਹੈ। ਖੇਤੀਬਾੜੀ ਮੰਤਰਾਲੇ ਦੇ ਸਕੱਤਰ ਦੇ ਵੱਲੋਂ ਲਿਖੇ ਪੱਤਰ ਦੇ ਵਿੱਚ ਕਿਸਾਨਾਂ ਤੋਂ ਗੱਲਬਾਤ ਲਈ ਸਮਾਂ ਤੇ ਤਰੀਕ ਮੰਗੀ ਗਈ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਮੰਤਰੀ ਪੱਧਰ ਦੀ ਬੈਠਕ ਦੀ ਸਰਕਾਰ ਨੇ ਪੇਸ਼ਕਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਾਰੇ ਮਸਲਿਆਂ ਦਾ ਤਰਕਪੂਰਨ ਹੱਲ ਕੱਢਣ ਦੇ ਲਈ ਸਰਕਾਰ ਤਤਪਰ। ਇੱਕ ਵਾਰ ਫਿਰ ਤੋਂ ਰਮਨ ਦਾ ਰੁਕ ਕਰ ਲੈਣੇ ਆ। ਰਮਨ, ਤਰੀਕਾਂ ਦਿੱਤੀਆਂ ਜਾ ਰਹੀਆਂ ਨੇ ਕੇਂਦਰ ਦੇ ਵੱਲੋਂ ਵੀ, ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਇਸ ਤੇ ਕੀ ਕੁਝ ਪ੍ਰਤੀਕਰਮ ਹੈ? ਜੀ ਕਮਲ, ਜਿਹੜੀ ਆਸ ਉਮੀਦ ਅੱਜ ਸੀ ਕੇਂਦਰ ਸਰਕਾਰ ਤੋਂ ਕਿ ਕੇਂਦਰ ਸਰਕਾਰ ਜੋ ਕੱਲ 4 ਘੰਟੇ ਦੀ ਬੈਠਕ ਤੋਂ ਬਾਅਦ, ਪਰਸੋਂ ਵੀ ਬੈਠਕ ਹੋਈ ਕਿਸਾਨਾਂ ਦੀ 7 ਘੰਟੇ, ਕੱਲ 4 ਘੰਟੇ ਹੋਈ, ਪੂਰੇ ਮੰਥਨ ਤੋਂ ਬਾਅਦ ਚਿੱਠੀ ਲਿਖੀ ਗਈ, ਉਹ ਰੱਦ ਕੀਤੀ ਜਾਂਦੀ ਹੈ। ਸਵੇਰੇ ਉਹਨਾਂ ਦੇ ਦੁਆਰਾ ਸਪਸ਼ਟੀਕਰਨ ਮੰਗਿਆ ਗਿਆ। ਇਹ ਚਿੱਠੀ ਜਿਹੜੀ ਹੈਗੀ ਆ ਤੁਹਾਡੇ ਜਿਹੜੀ ਪ੍ਰਪੋਜ਼ਲ ਰੱਦ ਕੀਤੀ ਹੈ, ਕੱਲੇ ਡਾਕਟਰ ਦਰਸ਼ਨਪਾਲ ਵੱਲੋਂ ਰੱਦ ਕੀਤੀ ਜਾਂਦੀ ਹੈ ਜਾਂ ਤਮਾਮ ਜਥੇਬੰਦੀਆਂ ਦੀ ਸਹਿਮਤੀ ਸੀ ਤਾਂ ਇਹ ਜਥੇਬੰਦੀਆਂ ਦੇ ਨਾਮ ਵੀ ਸੁਝਾਏ ਜਾਂਦੇ ਨੇ ਕੇਂਦਰ ਸਰਕਾਰ ਸਾਹਮਣੇ ਕਿ ਨਹੀਂ, ਇਹ ਕੱਲੇ ਡਾਕਟਰ ਦਰਸ਼ਨਪਾਲ ਦਾ ਫੈਸਲਾ ਨਹੀਂ, ਇਹ ਤਮਾਮ ਜਥੇਬੰਦੀਆਂ ਦਾ ਫੈਸਲਾ। ਤੁਹਾਡੀ ਪ੍ਰਪੋਜ਼ਲ ਜਿਹੜੀ ਰੱਦ ਕਰਨ ਦੇ ਆਧਾਰ ਇਹ ਰਹੇ, ਸਭ ਕੁਝ ਲਿਖਤੀ ਰੂਪ ਵਿੱਚ ਦਿੱਤਾ ਗਿਆ। ਫਿਰ 20 ਮਿੰਟਾਂ ਬਾਅਦ ਸਰਕਾਰ ਵੱਲੋਂ ਰਿਪਲਾਈ ਕੀਤਾ ਜਾਂਦਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ। ਉਹੀ ਗੱਲਾਂ ਜੋ ਪੁਰਾਣੀਆਂ ਗੱਲਾਂ ਸੀ ਉਸ ਨੂੰ ਚਿੱਠੀ ਦੇ ਵਿੱਚ ਦੁਬਾਰਾ ਲਿਖਿਆ ਜਾਂਦਾ ਹੈ। ਇੱਕ ਵਾਰ ਫਿਰ ਜਿਹੜੀ ਆ ਕਿਸਾਨਾਂ ਦੇ ਜਿਹੜੀ ਪਾਲੇ ਵਿੱਚ ਗੇਂਦ ਸੁੱਟ ਦਿੱਤੀ ਜਾਂਦੀ ਆ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਡਾਇਲੋਗ ਲਈ ਅੱਗੇ ਵਧਣ ਲਈ ਤਿਆਰ ਆ, ਪਰ ਕਿਸਾਨਾਂ ਨੂੰ ਜਿਹੜਾ ਹੈਗਾ ਲਿਖਤੀ ਲਗਾਤਾਰ ਪ੍ਰਪੋਜ਼ਲ ਮੰਗ ਰਹੇ, ਕਈ ਵਾਰ ਦੇ ਚੁੱਕੇ ਆ ਤੇ ਹੁਣ ਕੇਂਦਰ ਸਰਕਾਰ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਉਹ ਪਹਿਲ ਕਦਮੀ ਕਰਨ ਕਿ ਉਹਨਾਂ ਨੇ ਕਦੋਂ ਮੀਟਿੰਗ ਲਈ ਪਹੁੰਚਣਾ ਹੈ, ਕਦੋਂ ਮੀਟਿੰਗ ਲਈ ਸਮਾਂ ਦੇ ਰਹੇ ਨੇ। ਮਤਲਬ ਸਾਫ਼ ਹੈ ਕਿ ਕੇਂਦਰ ਸਰਕਾਰ ਕਦੇ ਵੀ ਹੁਣ ਪਹਿਲ ਕਰਨ ਦੇ ਹੱਕ ਵਿੱਚ ਨਹੀਂ, ਸਮਾਂ ਦੇਣ ਦੇ ਹੱਕ ਵਿੱਚ ਨਹੀਂ, ਉਹ ਹੁਣ ਕਿਸਾਨਾਂ ਤੋਂ ਜਿਹੜਾ ਹੈਗਾ ਸਮਾਂ ਲੈਣ ਦੀ ਤਾਕ ਵਿੱਚ ਨਹੀਂ। ਕਿੰਨੀਆਂ ਜਥੇਬੰਦੀਆਂ ਆਉਣਗੀਆਂ, ਕਿੰਨੇ ਲੋਕ ਇਸ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ ਔਰ ਕਿਹੜੇ ਏਜੰਡੇ ਤੇ ਗੱਲ। ਹੁਣ ਏਜੰਡਾ ਜਿਹੜਾ ਹੈਗਾ ਕੇਂਦਰ ਸਰਕਾਰ ਜਿਹੜੀ ਹੈ ਕਿਸਾਨਾਂ ਤੋਂ ਲੈਣਾ ਚਾਹੁੰਦੀ ਹੈ। ਪਹਿਲਾ ਏਜੰਡਾ ਜਿਹੜਾ ਹੈਗਾ ਕਿ ਸਰਕਾਰ ਕਿਸਾਨਾਂ ਅੱਗੇ ਰੱਖਦੀ ਰਹੀ, ਹੁਣ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸਾਡੇ ਅੱਗੇ ਜਿਹੜੀ ਹੈਗਾ ਏਜੰਡਾ ਰੱਖਣ ਕਿ ਉਹ ਸੋਧਾਂ ਤੇ ਖੁਸ਼ ਨੇ ਤਾਂ ਤਰਮੀਮਾਂ ਕਰਵਾਉਣੇ ਚਾਹੁੰਦੇ ਨੇ, ਅਮੈਂਡਮੈਂਟ ਹੋਵੇਗੀ ਜਾਂ ਫਿਰ ਮੁੱਢੋਂ ਰੱਦ ਹੋਵੇਗੀ। ਹੁਣ ਜਿਹੜੀ ਇੱਕ ਪਾਸੇ ਗੇਂਦ ਇੱਕ ਵਾਰ ਫਿਰ ਦੁਬਾਰਾ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਪਾਲੇ ਵਿੱਚ ਆ ਗਈ। ਕੱਲ ਕਿਸਾਨ ਜਥੇਬੰਦੀਆਂ ਮੁੜ ਤੋਂ ਇਸ ਤੇ ਮੰਥਨ ਕਰ ਰਹੀਆਂ ਕਿ ਕੇਂਦਰ ਸਰਕਾਰ ਦੀ ਜਿਹੜੀ ਆ ਹੁਣ ਦੀ ਚਿੱਠੀ ਆਈ ਆ ਉਸ ਨੂੰ ਜਵਾਬ ਉਸ ਨੂੰ ਕੀ ਦੇਣਾ। ਹੁਣ ਇੱਕ ਗੱਲ ਜ਼ਰੂਰ ਸਾਫ਼ ਹੋ ਗਈ ਹੈ ਕਿ ਹੁਣ ਜਿਹੜੀ ਹੈਗੇ ਆ ਤਰਮੀਮਾਂ ਸੋਧਾਂ ਵਾਰ-ਵਾਰ ਉਸ ਤਿੰਨੇ ਜਿਹੜੇ ਰਿਫਾਰਮ ਉਹਨਾਂ ਤੇ ਗੱਲਬਾਤ ਕਰਨ ਤੋਂ ਅੱਗੇ ਦੀ ਗੱਲ ਹੋਵੇਗੀ ਕਿ ਗੱਲਬਾਤ ਰੱਦ ਕੀਤੇ ਜਾਣਗੇ, ਅਮੈਂਡਮੈਂਟ ਤੇ ਕਿਸਾਨ ਮੰਨਣਗੇ ਜਾਂ ਨਹੀਂ ਮੰਨਣਗੇ। ਹੁਣ ਇਹ ਗੱਲਾਂ ਦੂਰ ਹੋ ਚੁੱਕੀਆਂ ਨੇ। ਹੁਣ ਸਿੱਧੇ ਜਾਂ ਤਾਂ ਹੁਣ ਵੱਡੀ ਹਾਈ ਅਥਾਰਟੀ ਗੱਲ ਕਰੇਗੀ ਕੇਂਦਰ ਸਰਕਾਰ ਵੱਲੋਂ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ, ਅਮਿਤ ਸ਼ਾਹ ਸ਼ਾਮਲ ਹੋਣਗੇ, ਇਹਦੇ ਵਿੱਚ ਤਮਾਮ ਜਿਹੜੇ ਕਿਸਾਨ ਆਗੂ ਵੱਡੇ ਸ਼ਾਮਲ ਹੋਣਗੇ। ਹੁਣ ਗੱਲ ਪੇਚੀ ਦਾ ਇੱਥੇ ਆ ਕੇ ਫਸ ਗਈ ਹੈ। ਹੁਣ ਪਹਿਲ ਕੌਣ ਕਰਦਾ, ਕਿਸਾਨ ਆਗੂ ਕੱਲ ਸਮਾਂ ਦਿੰਦੇ ਆ ਨਹੀਂ ਦਿੰਦੇ, ਹੁਣ ਇਹ ਵੇਖਣਾ ਲਾਜ਼ਮੀ ਹੋਵੇਗਾ। ਰਮਨ ਉਹੀ ਗੱਲ ਹੈ ਕਿ ਪੂਰਾ ਭੰਬਲ ਭੂਸਾ ਦੇਖ ਪਾ ਰਹੇ ਹਾਂ ਅਸੀਂ ਪੂਰੇ ਮਸਲੇ ਦੇ ਵਿੱਚ। ਹੁਣ ਹਰ ਇੱਕ ਦੇ ਜ਼ਹਿਨ ਦੇ ਵਿੱਚ ਇੱਕ ਸਵਾਲ ਹੈ ਕਿ ਆਖਿਰ ਇਹ ਮਸਲਾ ਕਦੋਂ ਨਬੇੜਾ ਜੋ ਹੋਇਆ ਹੈ ਇਸ ਦਾ ਕਦੋਂ ਹੋਵੇਗਾ। ਰੇੜਕਾ ਜੋ ਵੱਧਦਾ ਹੀ ਜਾ ਰਿਹਾ ਹੈ, ਇਹ ਤਾਂ ਲੰਬਾ ਖਿੱਚਣ ਨੂੰ ਕਹਿ ਸਕਦੇ ਹਾਂ ਕਿ ਲੰਬਾ ਖਿੱਚਿਆ ਜਾ ਰਿਹਾ ਜਾਣਬੁੱਝ ਕੇ, ਕਿਉਂਕਿ ਠੰਡ ਦਾ ਤਾਪਮਾਨ ਵੀ ਵੱਧਦਾ ਜਾ ਰਿਹਾ ਹੈ। ਪਹਿਲੇ ਇਸ ਸੰਘਰਸ਼ ਨੂੰ ਕਿੰਨੇ ਮਹੀਨੇ ਬੀਤ ਚੁੱਕੇ ਨੇ। ਜੀ ਕਾਫੀ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ ਕਿ
ਕੋਈ ਵੀ ਜਦੋਂ ਐਜੀਟੇਸ਼ਨ ਚੱਲਦਾ ਉਸ ਨੂੰ ਲੰਬਾ ਖਿੱਚਿਆ ਜਾਵੇ, ਲੀਡਰਾਂ 'ਚ ਦੋ ਫਾੜ ਕਰਵਾਇਆ ਜਾਵੇ, ਜਾਂ ਉਹ ਜਿਹੜੀ ਲੀਡਰਸ਼ਿਪ ਹੁੰਦੀ ਉਹਨਾਂ ਦੇ ਵਿੱਚ ਜਿਹੜੀ ਆਵਿਸ਼ਵਾਸੀ ਜਿਹੜੀ ਹੁੰਦੀ ਆ ਉਹ ਵਿਸ਼ਵਾਸ ਤੋੜਿਆ ਜਾਵੇ ਆਪਸ ਵਿੱਚ, ਤੇ ਤਾਂ ਜੋ ਜਿਹੜਾ ਅੰਦੋਲਨ ਤਾਰੋ ਪੀੜ ਹੋ ਜਾਵੇ। ਤਾਰੋ ਪੀੜ ਅੰਦੋਲਨ ਤੋਂ ਬਾਅਦ ਜਦੋਂ ਖਿੰਡਰੇ ਹੋਏ ਆਗੂਆਂ ਤੇ ਦਬਾਅ ਬਣਾਇਆ ਜਾਵੇ, ਐਜੀਟੇਸ਼ਨ ਤੇ ਦਬਾਅ ਬਣਾਏ। ਸ਼ਾਇਦ ਕਿਤੇ ਨਾ ਕਿਤੇ ਸਰਕਾਰ ਅਜਿਹੀ ਮਨਸ਼ਾ ਨਾਲ ਕੰਮ ਕਰ ਰਹੀ ਆ ਕਿ ਜਿਹੜੀ ਐਜੀਟੇਸ਼ਨ ਹੈਗੀ ਆ ਇਸ ਨੂੰ ਲੰਬਾ ਖਿੱਚਿਆ। ਜਿਵੇਂ ਜਿਵੇਂ ਐਜੀਟੇਸ਼ਨ ਲੰਬੀ ਹੋਵੇਗੀ ਉਵੇਂ ਉਵੇਂ ਜਿਹੜਾ ਹੈਗਾ ਉਸ ਤੋਂ ਬਾਅਦ ਇਹ ਪਤਾ ਚੱਲੇਗਾ ਕਿ ਕਿੰਨੇ ਕਿਸਾਨ ਜਿਹੜੀਆਂ ਜਥੇਬੰਦੀਆਂ ਇਕਜੁੱਟ ਨੇ, ਕਿੰਨੀਆਂ ਟੁੱਟ ਚੁੱਕੀਆਂ ਨੇ, ਕਿੰਨੇ ਕਿਸਾਨ ਆਗੂ ਵੱਖ ਹੋ ਚੁੱਕੇ ਨੇ, ਕਿਉਂਕਿ ਲਗਾਤਾਰ ਜਿਹੜੀ ਹੈਗੇ ਕਿਸਾਨ ਆਗੂਆਂ ਦੀ ਬਹੁਤ ਸਾਰੇ ਕਿਸਾਨ ਇਸ ਅੰਦੋਲਨ ਦੇ ਵਿੱਚ ਜਾਨ ਵੀ ਗਵਾ ਰਹੇ ਨੇ, ਤੇ ਉਹ ਫਿਕਰ ਵਾਲੀ ਕਿਸਾਨਾਂ ਲਈ ਵੀ ਗੱਲ ਹੈਗੀ ਆ। ਹੁਣ ਸਰਕਾਰ ਦੀ ਜਿਹੜੀ ਹੈਗੀ ਆ ਨੀਤੀ ਆ ਜਿਹੜੀ ਹੋ ਗਈ ਹੁਣ ਅੰਦੋਲਨ ਨੂੰ ਲੰਬਾ ਖਿੱਚਣ ਵੱਲ ਹੈ ਕਿ ਅੰਦੋਲਨ ਨੂੰ ਹੋਰ ਲੰਬਾ ਖਿਚਾ ਲਿਆ ਜਾਵੇ, ਤਾਂ ਜੋ ਜਿਹੜੀ ਉਹਨਾਂ ਸਾਹਮਣੇ ਇੱਕ ਦਿੱਕਤ ਆ ਕਿ ਰੀਪੀਲ ਕਰਨੇ ਪੈਣਗੇ, ਸਾਨੂੰ ਕਾਨੂੰਨ ਵਾਪਸ ਲੈਣੇ ਪੈਣਗੇ, ਉਸ ਤੋਂ ਬਚਿਆ ਜਾਵੇ, ਤੇ ਅੰਤ ਵਿੱਚ ਕਿਸਾਨ ਇਹੀ ਗੱਲ ਤੇ ਆ ਜਾਣ ਕਿ ਚਲੋ ਜਿਹੜੀ ਹੈਗੀ ਅਸੀਂ ਜਿਹੜੀ ਸਾਡੀ ਖਾਦਸ਼ੇ ਸੀ, ਸਾਡੇ ਜਿਹੜੀਆਂ ਲੱਗ ਰਹੀਆਂ ਸੀ ਕਮੀਆਂ ਸੀ ਕਿਸਾਨੀ ਜਿਹੜੀ ਕਿਸਾਨੀ ਨੂੰ ਘਾਤਕ ਹੋ ਸਕਦੀ ਉਸ ਤੇ ਮੰਨ ਜਾਏਗੀ। ਹੁਣ ਕਿਸਾਨ ਜਿਹੜੀ ਸਰਕਾਰ ਦੀ ਨੀਅਤ ਜਿਹੜੀ ਹੋ ਚੁੱਕੀ ਹੈ ਬਿਲਕੁਲ ਸਪਸ਼ਟ ਹੋ ਚੁੱਕੀ ਆ ਕਿ ਜਿਹੜੀ ਸਰਕਾਰ ਹੈਗੀ ਉਹ ਇਸ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਆ। ਲੰਬਾ ਖਿੱਚਣ ਤੋਂ ਬਾਅਦ ਗੱਲਬਾਤ ਤੇ ਆਵੇਗੀ, ਜਾਂ ਇਸ ਤੋਂ ਬਾਅਦ ਜਿਹੜਾ ਲੀਗਲ ਜਿਹੜਾ ਹੈਗਾ ਉਹ ਪੈਰੋਕੇਟ ਲਿਆ ਜਾਵੇਗਾ, ਸੁਪਰੀਮ ਕੋਰਟ ਜਾਇਆ ਜਾਵੇਗਾ। ਹੁਣ ਇਹ तमाम ਜਿਹੜੀਆਂ ਗੱਲਾਂ ਹੈਗੀਆਂ ਉਹ ਅਹਿਮ ਰਹਿਣ ਵਾਲੀਆਂ ਨੇ ਕਿ ਕੱਲ ਜਿਹੜਾ ਸਮਾਂ ਦਿੰਦੇ ਆ ਕਿਸਾਨ ਕਿ ਨਹੀਂ ਦਿੰਦੇ, ਕਿਉਂਕਿ ਕਿਸਾਨ ਚਾਹੁੰਦੇ ਨੇ ਕਿ ਜਲਦੀ ਫੈਸਲਾ ਹੋਵੇ, ਪਰ ਸਰਕਾਰ ਜਿਹੜੀ ਹੈਗੀ ਉਹ ਲੱਗਦਾ ਨਹੀਂ ਕਿ ਸਰਕਾਰ ਜਲਦੀ ਜਿਹੜਾ ਕੁਛ ਹੈਗਾ ਕਿਸਾਨਾਂ ਦੇ ਹੱਥ ਪੱਲੇ ਦੇਣ ਵਾਲੀ ਹੈ। ਰਮਨਦੀਪ, ਇਹ ਪੂਰਾ ਮਸਲਾ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਸਵਾਲ ਖੜੇ ਕਰਦਾ ਹੈ, ਕਿਉਂਕਿ ਹੁਣ ਸਰਕਾਰ ਨੂੰ ਜ਼ਰੂਰੀ ਹੈ ਕਿ ਇਸ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਇਸ ਤੇ ਹੱਲ ਕੱਢੇ, ਕਿਉਂਕਿ ਪਹਿਲਾਂ ਇੰਨਾ ਲੰਬਾ ਸਮਾਂ ਬੀਤ ਚੁੱਕਿਆ ਹੈ। ਗੱਲ ਹੁਣ ਹਜ਼ਾਰਾਂ ਤੇ ਲੱਖਾਂ ਲੋਕਾਂ ਦੀ ਨਹੀਂ, ਕਰੋੜਾਂ ਲੋਕਾਂ ਦੀ ਗੱਲ ਹੈ, ਕਿ ਲੱਖਾਂ ਲੋਕਾਂ ਦੀ ਗੱਲ ਹੈ ਜਿਹੜੇ ਕਿਸਾਨ ਜਿਹੜੇ ਡਟੇ ਹੋਏ ਨੇ ਨਾ ਸੰਘਰਸ਼ਾਂ ਉੱਪਰ, ਤੇ ਸਰਕਾਰ ਅਜੇ ਵੀ ਬਹੁਤ ਹੀ ਕਹਿ ਸਕਦੀ ਹਾਂ ਬਹੁਤ ਹੀ ਛੋਟਾ ਜਿਹਾ ਰਵੱਈਆ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਸਹੀ ਨਹੀਂ ਹੈ ਸਰਕਾਰ ਦਾ। ਕਾਫੀ ਜਿਹੜੀ ਅਸੀਂ ਜੇ ਕਿ ਮੀਟਿੰਗਾਂ ਦੀ ਕੱਲੀ ਬੈਠਕ ਦੀ ਗੱਲ ਕਰ ਲਈਏ, ਜਿਵੇਂ ਜਿਵੇਂ ਪਿੱਛੇ ਮੀਟਿੰਗਾਂ ਹੋਈਆਂ, ਇੱਕ ਜਦੋਂ ਇਸ ਧਰਨੇ ਤੋਂ ਆਉਣ ਤੋਂ ਬਾਅਦ ਦੀ ਗੱਲ ਕਰ ਲਈਏ, 1 ਦਸੰਬਰ ਨੂੰ ਬੈਠਕ ਹੁੰਦੀ ਆ, 3 ਨੂੰ ਹੁੰਦੀ ਆ, ਫਿਰ 5 ਨੂੰ ਹੁੰਦੀ ਆ, ਫਿਰ ਅੱਗੇ ਜਾ ਕੇ ਅਮਿਤ ਸ਼ਾਹ ਤੱਕ ਮੀਟਿੰਗਾਂ ਹੁੰਦੀਆਂ। ਉਹਦੇ ਵਿੱਚ ਹੋਇਆ ਕਿ ਉਸਦੇ ਵਿੱਚ ਜਿਹੜੀ ਖਾਦਸ਼ੇ ਹੀ ਕਿਸਾਨਾਂ ਦੇ ਸੁਣੇ ਗਏ ਕਿ ਤੁਹਾਨੂੰ ਤਿੰਨੇ ਰਿਫਾਰਮ ਜਿਹੜੇ ਹੈਗੇ ਨੇ ਉਹਦੇ ਵਿੱਚ ਕੀ ਕਮੀਆਂ ਨਜ਼ਰ ਆਉਂਦੀਆਂ, ਹੱਲ ਕੱਢਣ ਵੱਲ ਗੱਲ ਨਹੀਂ ਹੋਈ। ਹੁਣ ਵੀ ਇੱਕ ਵਾਰ ਫਿਰ ਜਿਹੜੀ ਕੱਲ ਦੇਰ ਰਾਤ ਚਿੱਠੀ ਲਿਖੀ ਗਈ ਸੀ ਉਹਦੇ ਵਿੱਚ ਜਿਹੜੀ ਹੈਗੀ ਆ ਕੱਲੇ ਮੱਦ ਸੀਗੀ ਉਸ ਬਾਰੇ ਦੱਸਿਆ ਗਿਆ। ਇਸ ਤੋਂ ਬਾਅਦ ਦੁਬਾਰਾ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਹੈਗੀ ਆ ਭਰੋਸੇਯੋਗਤਾ ਤੇ ਸਵਾਲ ਖੜੇ ਕਰ ਦਿੱਤੇ ਕਿ ਸਾਨੂੰ ਲੱਗ ਨਹੀਂ ਰਿਹਾ ਕਿ तमाम ਜਥੇਬੰਦੀਆਂ ਤੇ ਫੈਸਲਾ ਹੋ ਸਕਦਾ, ਇਸ ਤੇ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ। ਫਿਰ ਅੱਜ ਜਿਹੜਾ ਦੁਬਾਰਾ ਸਪਸ਼ਟੀਕਰਨ ਦਿੱਤਾ ਗਿਆ, ਸਪਸ਼ਟੀਕਰਨ ਤੋਂ ਬਾਅਦ 20 ਮਿੰਟ ਬਾਅਦ ਰਿਪਲਾਈ ਹੁੰਦਾ। ਰਿਪਲਾਈ ਦੇ ਵਿੱਚ ਫਿਰ ਉਹੀ ਗੱਲ ਆ ਜਾਂਦੀ ਆ ਕਿ ਅਸੀਂ ਤੁਹਾਡੀਆਂ ਗੱਲਾਂ ਸਾਰੀਆਂ ਤੇ ਸਹਿਮਤ ਹਾਂ, ਪਰ ਤੁਹਾਨੂੰ ਵੀ ਥੋੜਾ ਅੱਗੇ ਗੱਲਬਾਤ ਨੈਗੋਸ਼ੀਏਸ਼ਨ ਲਈ ਅੱਗੇ ਵਧਣਾ ਚਾਹੀਦਾ। ਸਰਕਾਰ ਗੱਲਬਾਤ ਤੋਂ ਨਹੀਂ ਭੱਜ ਰਹੀ, ਡਾਇਲੌਗ ਦੇ ਰਸਤੇ ਖੁੱਲੇ ਰੱਖਣਾ ਚਾਹੁੰਦੀ ਹੈ, ਤਾਂ ਤੁਸੀਂ ਵੀ ਥੋੜੀ ਪਹਿਲ ਕਦਮੀ ਕਰੋ ਤਾਂ ਜੋ ਅਸੀਂ ਅੱਗੇ ਦਾ ਜਿਹੜਾ ਰਸਤਾ। ਸੋ ਰਮਨ, ਇੱਕ ਸਵਾਲ ਇੱਥੇ ਵੀ ਇਹ ਵੀ ਜੋ ਬਣਿਆ ਹੋਇਆ ਜਿੱਥੇ ਕਿਸਾਨ ਜਥੇਬੰਦੀਆਂ ਤਾਂ ਕਹਿ ਹੀ ਰਹੀਆਂ ਨੇ, ਸਰਕਾਰ ਵੀ ਕਹਿ ਰਹੀ ਹੈ, ਉੱਥੇ ਇਸ ਸਭ ਦੌਰਾਨ ਜੋ ਇੱਕ ਵੱਡਾ ਬਿਆਨ ਪ੍ਰਤੀਕਰਮ ਸਾਹਮਣੇ ਆਇਆ ਰਾਜੇਵਾਲ ਸਾਹਿਬ ਦਾ, ਉਹਨਾਂ ਦਾ ਇਹ ਕਹਿਣਾ ਰਿਹਾ ਕਿ ਅਸੀਂ ਚਾਹੁੰਦੇ ਹਾਂ ਅਸੀਂ ਇਸ ਤੇ ਮੰਥਨ ਕਰਾਂਗੇ, ਫਿਰ ਇਸ ਤੇ ਪੂਰਾ ਦਾ ਪੂਰਾ ਪ੍ਰਤੀਕਰਮ ਦੇਵਾਂਗੇ। ਸੋ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਰੂਬਰੂ ਕਰਵਾ ਲੈਣੇ ਅਹਿਮ ਤੇ ਵੱਡੀ ਖਬਰ ਦਾ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕੱਲ ਦੇ ਪੱਤਰ ਦਾ ਜਵਾਬ ਭੇਜਿਆ ਗਿਆ ਹੈ। ਰਮਨਦੀਪ, ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਸੋ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਦੇ ਵੱਲੋਂ ਲਿਖੇ ਪੱਤਰ ਦੇ ਵਿੱਚ ਕਿਸਾਨਾਂ ਤੋਂ ਸਮਾਂ ਤੇ ਗੱਲਬਾਤ ਦੀ ਤਾਰੀਖ ਮੰਗੀ ਗਈ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਮੰਤਰੀ ਪੱਧਰ ਦੀ ਬੈਠਕ ਦੀ ਸਰਕਾਰ ਨੇ ਪੇਸ਼ਕਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਾਰੇ ਮਸਲਿਆਂ ਦਾ ਤਰਕਪੂਰਨ ਹੱਲ ਕੱਢਣ ਦੇ ਲਈ ਸਰਕਾਰ ਤਤਪਰ ਹੈ।